एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरू जी का खालसा वाहिगुरू जी की फतह। सरदार अजमेर सिंह जी की रचना 20वीं सदी की सिख राजनीति भाग 32वां। पंथ की निष्काम सेवा ਅਤੇ ਕੁਰਬਾਨੀ ਦਾ ਜਜ਼ਬਾ ਅਕਾਲੀ ਸੱਭਿਆਚਾਰ ਦਾ ਭਾਰੂ ਪੱਖ ਬਣ ਕੇ ਰਿਹਾ। ਵੱਧ ਲਾਲਸਾਵਾਨ ਤੱਤ ਇੱਕ ਇੱਕ ਕਰਕੇ ਕਾਂਗਰਸ ਪਾਰਟੀ ਵੱਲ ਖਿਸਕਦੇ ਰਹੇ। ਭਾਰਤ ਦੀ ਆਜ਼ਾਦੀ ਤੋਂ ਬਾਅਦ ਜਦ ਰਾਜ ਸੱਤਾ ਸ਼ੰਕ ਤੋਂ ਵੱਧ ਕੇ ਪੂਰਨ ਰੂਪ ਵਿੱਚ ਹੀ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਆ ਗਈ ਤਾਂ ਅਕਾਲੀ ਦਲ ਅੰਦਰਲੇ ਖੁਦਪ੍ਰਸਤ ਤੱਤਾਂ ਦਾ ਕਾਂਗਰਸ ਪਾਰਟੀ ਵੱਲ ਝੁਕਾਅ ਅਤੇ ਵਹਾਅ ਵੱਧ ਜ਼ੋਰ ਫੜ ਗਿਆ। ਨਾ ਸਿਰਫ ਅਕਾਲੀ ਲੀਡਰਸ਼ਿਪ ਦੀਆਂ ਸਫਾਂ ਅੰਦਰ ਪੂਰਾ ਦੇ ਰੂਪ ਵਿੱਚ ਕਾਂਗਰਸ ਪਾਰਟੀ ਵੱਲ ਨਿਕਾਸ ਦਾ ਛੇੜਾ ਛਿੜ ਪਿਆ, ਸਗੋਂ ਦੋ ਮੌਕਿਆਂ ਤੇ ਅਕਾਲੀ ਦਲ ਦੇ ਸਾਲ ਰੂਪ ਵਿੱਚ ਕਾਂਗਰਸ ਪਾਰਟੀ ਅੰਦਰ ਰਲੇਵੇਂ ਦੀ ਦਲੀਲ ਵੀ ਭਾਰੂ ਹੋ ਗਈ। ਪਰ 1966 ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਨਾਲ ਹਾਲਤ ਅੰਦਰ ਇੱਕ ਸਿਫਤੀ ਮੋੜ ਆ ਗਿਆ। ਅਕਾਲੀ ਦਲ ਲਈ ਪੰਜਾਬ ਅੰਦਰ ਮੁੱਖ ਤੌਰ ਤੇ ਆਪਣੇ ਹੀ ਬਲਬੂਤੇ ਰਾਜ ਸੱਤਾ ਉੱਤੇ ਕਾਬਜ ਹੋਣ ਜਾਂ ਹੋ ਜਾਣ ਦੀਆਂ ਸੰਭਾਵਨਾਵਾਂ ਰੋਸ਼ਨ ਹੋ ਗਈਆਂ। ਕਾਂਗਰਸ ਪਾਰਟੀ ਅਕਾਲੀ ਦਲ ਦੀ ਮੁੱਖ ਸ਼ਰੀਕ ਧਿਰ ਬਣ ਗਈ, ਜਿਸ ਨੂੰ ਰਾਜਸੀ ਖੇਤਰ ਅੰਦਰ ਪਛਾੜਨਾ ਅਕਾਲੀ ਦਲ ਦੀ ਮੁੱਢਲੀ ਲੋੜ ਬਣ ਗਈ। ਇਸ ਤਰ੍ਹਾਂ ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਅਦ ਅਕਾਲੀ ਦਲ ਅੰਦਰਲੇ ਲੋਭੀ ਤੱਤਾਂ ਉੱਤੇ ਆਪਣੀਆਂ ਲਾਲਸਾਵਾਂ ਦਾ ਘਰ ਪੂਰਾ ਕਰਨ ਲਈ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਦਬਾਅ ਘਟ ਗਿਆ। ਹੁਣ ਉਹਨਾਂ ਦੀ ਇਹ ਤਮਾ ਅਕਾਲੀ ਦਲ ਦੇ ਜ਼ਰੀਏ ਵੀ ਪੂਰੀ ਹੋ ਸਕਦੀ ਸੀ। ਇਸ ਕਰਕੇ ਹੁਣ ਉਹਨਾਂ ਨੂੰ ਆਪਣੀ ਮਤਲਬ ਪੂਰਤੀ ਲਈ ਕਾਂਗਰਸੀ ਬਣਨ ਦਾ ਕਲੰਕ ਖੱਟਣ ਦੀ ਓਨੀ ਲੋੜ ਤੇ ਮਜਬੂਰੀ ਨਹੀਂ ਸੀ ਰਹੀ। ਉਹੀ ਉਦੇਸ਼ ਉਹ ਅਕਾਲੀ ਦਲ ਬਣੇ ਰਹਿਣ ਦੀ ਸ਼ੋਭਾ ਖੱਟ ਕੇ ਵੀ ਹਾਸਲ ਕਰ ਸਕਦੇ ਸਨ। ਸੋ ਭਾਵੇਂ ਕੁਝ ਮੌਕਿਆਂ ਤੇ ਅਕਾਲੀ ਦਲ ਅੰਦਰਲੇ ਕੁਝ ਤੱਤ ਹਕੂਮਤੀ ਤਾਕਤ ਉੱਤੇ ਕਾਬਜ ਹੋਣ ਦੀ ਲਲਕ ਨੂੰ ਪੂਰਿਆਂ ਕਰਨ ਲਈ ਕਾਂਗਰਸ ਪਾਰਟੀ ਦੀ ਢੋਈ ਕਬੂਲ ਕਰਨ ਦੀ ਬੇਅਸੂਲੀ ਪੈਂਤੜੇਬਾਜ਼ੀ ਦੇ ਲੋਭ ਜਾਲ ਵਿੱਚ ਜ਼ਰੂਰ ਫਸ ਜਾਂਦੇ ਰਹੇ। ਜਿਵੇਂ 1967 ਵਿੱਚ ਪਹਿਲਾਂ ਹਰਚਰਨ ਸਿੰਘ ਹੁਡਿਆਰਾ ਨੇ ਮਹਾਰਾਜਾ ਪਟਿਆਲੇ ਦੇ ਸਾਥ ਨਾਲ ਕਾਂਗਰਸ ਦੇ ਠੁੰਮਣੇ ਆਸਰੇ ਹਕੂਮਤੀ ਆਸਣ ਗ੍ਰਹਿਣ ਕਰਨ ਦੀ ਅਸਫਲ ਮਸ਼ਕ ਕੀਤੀ ਅਤੇ ਬਾਅਦ ਵਿੱਚ ਸਰਦਾਰ ਲਛਮਣ ਸਿੰਘ ਗਿੱਲ ਨੇ ਇਸੇ ਰਾਹ ਪੈ ਕੇ 9 ਮਹੀਨਿਆਂ ਲਈ ਮੁੱਖ ਮੰਤਰੀ ਬਣਨ ਦਾ ਚਾਅ ਪੂਰਾ ਕਰ ਲਿਆ। ਪਰ ਕੁੱਲ ਮਿਲਾ ਕੇ 1966 ਬਾਅਦ ਇਹ ਵਰਤਾਰਾ ਅਕਾਲੀ ਰਾਜਨੀਤੀ ਦਾ ਆਮ ਦਸਤੂਰ ਨਾ ਰਹਿ ਕੇ ਟੁੱਟਵੀਂ ਕਹਿਰੀ ਵਾਰਦਾਤ ਦੇ ਰੂਪ ਵਿੱਚ ਹੀ ਪ੍ਰਗਟ ਹੁੰਦਾ ਰਿਹਾ। ਸਿੱਖਾਂ ਦੇ ਮਨਾਂ ਅੰਦਰ ਕਾਂਗਰਸ ਪਾਰਟੀ ਬਾਰੇ ਇੱਕ ਸਿੱਖ ਦੁਸ਼ਮਣ ਜਮਾਤ ਵਜੋਂ ਪ੍ਰਭਾਵ ਇੰਨਾ ਗੂੜਾ ਹੋ ਗਿਆ ਕਿ ਅਕਾਲੀ ਦਲ ਦੀ ਮੁੱਖ ਧਾਰਾ ਤੋਂ ਲਾਂਭੇ ਹਟ ਕੇ ਕਾਂਗਰਸ ਦੀ ਪ੍ਰਗਟ ਜਾਂ ਲੁਕਵੀਂ ਹਮਾਇਤ ਹਾਸਲ ਕਰਨ ਦੇ ਕਰਮ ਨੂੰ ਇੱਕ ਘਿਰਣਤ ਅਪਰਾਧ ਸਮਝਿਆ ਜਾਣ ਲੱਗਾ। ਪੰਥ ਅੰਦਰ ਕਾਂਗਰਸ ਪਾਰਟੀ ਬਾਰੇ ਅਜਿਹਾ ਪ੍ਰਭਾਵ ਅਤੇ ਜਜ਼ਬਾ ਬੇਵਜ੍ਹਾ ਨਹੀਂ ਸੀ। ਇਹ ਕਾਂਗਰਸੀ ਹਾਕਮਾਂ ਦੀਆਂ ਕਰਨੀਆਂ ਦਾ ਹੀ ਨਤੀਜਾ ਸੀ। ਪਰ 60ਵਿਆਂ ਵਿੱਚ ਆ ਕੇ ਅਕਾਲੀ ਦਲ ਦੁਆਰਾ ਜੋ ਸਿਧਾਂਤਕ ਸੇਧ ਅਖਤਿਆਰ ਕੀਤੀ ਗਈ, ਉਹ ਇਸ ਜਜ਼ਬੇ ਦਾ ਦਰੁਸਤ ਉਪਯੋਗ ਕਰਕੇ ਸਿੱਖ ਸੰਘਰਸ਼ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਣ ਦਾ ਤੰਤ ਨਹੀਂ ਸੀ ਰੱਖਦੀ। ਸਿੱਟੇ ਵਜੋਂ 60ਵਿਆਂ ਅੰਦਰ ਉੱਭਰ ਕੇ ਸਾਹਮਣੇ ਆਈ ਨਵੀਂ ਅਕਾਲੀ ਲੀਡਰਸ਼ਿਪ ਨੇ ਇਸ ਜਜ਼ਬੇ ਦਾ ਜ਼ਿਆਦਾ ਕਰਕੇ ਆਪਣੀ ਸਵਾਰਥ ਪੂਰਤੀ ਲਈ ਗਲਤ ਇਸਤੇਮਾਲ ਹੀ ਕੀਤਾ। ਜਿਵੇਂ ਕਿ ਜ਼ਿਕਰ ਹੋ ਚੁੱਕਾ ਹੈ ਕਿ ਨਵੀਂ ਪੈਦਾ ਹੋਈ ਹਾਲਤ ਦੇ ਅੰਦਰ ਨਵੀਂ ਅਕਾਲੀ ਲੀਡਰਸ਼ਿਪ ਨੂੰ
ਹਕੂਮਤੀ ਤਾਕਤ ਉੱਤੇ ਕਾਬਜ ਹੋਣ ਦੀ ਲਾਲਸਾ ਪੂਰੀ ਕਰਨ ਲਈ ਗਿਆਨੀ ਕਰਤਾਰ ਸਿੰਘ ਅਤੇ ਗਿਆਨ ਸਿੰਘ ਰਾੜੇਵਾਲਾ ਵਰਗੇ ਲੋਕਾਂ ਵਾਂਗੂ ਕਾਂਗਰਸ ਦੇ ਕੰਧਾੜਿਆਂ ਤੇ ਚੜ੍ਹਨ ਦੀ ਖੁਨਾਮੀ ਖੱਟਣ ਅਤੇ ਇਸ ਤਰ੍ਹਾਂ ਆਪਣੀ ਰਾਜਨੀਤਿਕ ਮੌਤ ਸਹੇੜਨ ਦੀ ਲੋੜ ਤੇ ਮਜਬੂਰੀ ਨਹੀਂ ਸੀ ਰਹੀ। ਪੰਜਾਬ ਦੀ ਰਾਜਗੱਦੀ ਉੱਤੇ ਬਿਰਾਜਮਾਨ ਹੋਣ ਦਾ ਸੁਭਾਗ ਹਾਸਲ ਕਰਨ ਲਈ ਉਸ ਦੇ ਸਾਹਮਣੇ ਕਿਤੇ ਵੱਧ ਸਨਮਾਨਜਨਕ ਮਾਰਗ ਦੇ ਦਰ ਖੁੱਲ ਗਏ ਸਨ। ਮੰਦੇ ਭਾਗਾਂ ਨੂੰ ਇਹੀ ਗੱਲ ਸਿੱਖ ਲਹਿਰ ਅੰਦਰ ਇਸ ਦੇ ਮੂਲ ਨਿਸ਼ਾਨਿਆਂ ਬਾਰੇ ਵੱਡੇ ਭੁਲੇਖੇ ਪੈਦਾ ਕਰਨ ਤੇ ਇਸ ਅੰਦਰ ਗੰਭੀਰ ਕਿਸਮ ਦੇ ਰਾਜਨੀਤਿਕ ਅਤੇ ਨੈਤਿਕ ਵਿਗਾੜ ਪੈਦਾ ਕਰਨ ਦਾ ਵੱਡਾ ਸਬੱਬ ਹੋ ਨਿਬੜੀ। ਅਕਾਲੀ ਦਲ ਅੰਦਰਲੇ ਖੁਦਪ੍ਰਸਤ ਤੱਤਾਂ ਦਾ ਕਾਂਗਰਸ ਵੱਲ ਨਿਕਾਸ ਸਿੱਖ ਪੰਥ ਲਈ ਦੋ ਪੱਖਾਂ ਤੋਂ ਫਾਇਦੇਮੰਦ ਸਾਬਤ ਹੋ ਰਿਹਾ ਸੀ। ਇੱਕ ਤਾਂ ਅਕਾਲੀ ਦਲ ਦੀ ਮੁੱਖ ਧਾਰਾ ਤੋਂ ਅਲੱਗ ਹੋ ਕੇ ਕਾਂਗਰਸ ਨਾਲ ਯਾਰਾਨਾ ਗੰਢਣ ਵਾਲੇ ਤੱਤਾਂ ਦਾ ਖੁਦਪ੍ਰਸਤ ਖਾਸਾ ਨਿਖਰ ਕੇ ਸਾਹਮਣੇ ਆ ਜਾਂਦਾ ਸੀ ਅਤੇ ਉਹਨਾਂ ਦੀ ਸਿੱਖ ਪੰਥ ਨੂੰ ਵਰਗਲਾਉਣ ਦੀ ਸਮਰੱਥਾ ਬੁਰੀ ਤਰ੍ਹਾਂ ਨਾਕਾਰੀ ਜਾਂਦੀ ਸੀ। ਦੂਜਾ, ਹਿਰਸੀ ਤੱਤਾਂ ਦੇ ਨਿਰੰਤਰ ਨਿਕਾਸ ਨਾਲ ਅਕਾਲੀ ਦਲ ਦੀ ਕਾਇਆ ਮੁਕਾਬਲਤਨ ਸ਼ੁੱਧ ਬਣੀ ਰਹਿੰਦੀ ਸੀ। ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਅਦ ਜਦ ਅਕਾਲੀ ਦਲ ਅੰਦਰਲੇ ਸਵਾਰਥੀ ਤੱਤਾਂ ਨੇ ਅਕਾਲੀ ਦਲ ਦੀ ਮੁੱਖ ਧਾਰਾ ਤੋਂ ਅਲੱਗ ਹੋ ਕੇ ਕਾਂਗਰਸ ਨਾਲ ਸਾਂਝਾ ਗੰਢਣ ਦੀ ਬਜਾਏ ਅਕਾਲੀ ਦਲ ਦੇ ਅੰਦਰ ਹੀ ਆਪਣੀ ਤਾਕਤ ਜੋੜਨੀ ਸ਼ੁਰੂ ਕਰ ਦਿੱਤੀ ਤਾਂ ਇਸ ਨਾਲ ਸਿੱਖ ਰਾਜਨੀਤੀ ਦੋ ਪੱਖਾਂ ਤੋਂ ਨੁਕਸਾਨੀ ਜਾਣ ਲੱਗੀ। ਇੱਕ ਤਾਂ ਇਹ ਕਿ ਆਮ ਸਿੱਖ ਜਨਤਾ ਲਈ ਅਕਾਲੀ ਦਲ ਅੰਦਰਲੇ ਸਵਾਰਥੀ ਤੱਤਾਂ ਦੀ ਅਸਲੀ ਖਸਲਤ ਨੂੰ ਪਛਾਣਨਾ ਵਧੇਰੇ ਮੁਸ਼ਕਲ ਹੋ ਗਿਆ, ਕਿਉਂਕਿ ਹੁਣ ਕਿਸੇ ਅਕਾਲੀ ਆਗੂ ਨੂੰ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਅਕਾਲੀ ਦਲ ਛੱਡ ਕੇ ਕਾਂਗਰਸੀ ਹਾਕਮਾਂ ਦੇ ਮੋਹਰੇ ਬਣਨ ਦੀ ਰਾਜਨੀਤਿਕ ਮਜਬੂਰੀ ਨਹੀਂ ਸੀ ਰਹੀ। ਉਹ ਅਕਾਲੀ ਬਾਣੇ ਵਿੱਚ ਹੀ ਆਪਣੀਆਂ ਰੀਝਾਂ ਪੂਰੀਆਂ ਕਰ ਸਕਦੇ ਸਨ। ਇਸ ਤਰ੍ਹਾਂ ਬਾਣੇ ਤੋਂ ਖਸਲਤ ਦਾ ਅਨੁਮਾਨ ਲਾਉਣ ਦੀ ਆਦਿ ਭੋਲੀ ਭਾਲੀ ਸਿੱਖ ਜਨਤਾ ਲਈ ਅਕਾਲੀ ਦਲ ਅੰਦਰ ਪੱਲਰ ਪਸਰ ਰਹੇ ਖੁਦਪ੍ਰਸਤ ਤੱਤਾਂ ਦੀ ਪਛਾਣ ਕਰ ਸਕਣੀ ਮੁਸ਼ਕਲ ਹੋ ਗਈ। ਦੂਜਾ, ਅਕਾਲੀ ਦਲ ਅੰਦਰੋਂ ਹਿਰਸੀ ਤੱਤਾਂ ਦੇ ਨਿਕਾਸ ਦਾ ਸਿਲਸਿਲਾ ਰੁਕ ਜਾਣ ਕਰਕੇ ਅਕਾਲੀ ਸਫਾਂ ਦੇ ਸ਼ੁੱਧੀਕਰਨ ਦਾ ਅਮਲ ਠੱਪ ਹੋ ਗਿਆ। ਸਗੋਂ ਉਲਟਾ ਲੋਭੀ ਤੱਤਾਂ ਦਾ ਕਾਂਗਰਸ ਤੋਂ ਅਕਾਲੀ ਦਲ ਵੱਲ ਪਰਤਵਾਂ ਵਹਿਣ ਸ਼ੁਰੂ ਹੋ ਗਿਆ, ਜਿਸ ਦਾ ਰਸਮੀ ਉਦਘਾਟਨ 1967 ਵਿੱਚ ਸਤਨਾਮ ਸਿੰਘ ਬਾਜਵਾ ਅਤੇ ਸਰਦਾਰ ਬਲਵੰਤ ਸਿੰਘ ਵਰਗੇ ਨਾਮੀ ਖੁਦਪ੍ਰਸਤ ਲੋਕਾਂ ਦੀ ਕਾਂਗਰਸ ਤੋਂ ਅਕਾਲੀ ਦਲ ਵੱਲ ਦਲ ਬਦਲੀ ਨਾਲ ਹੋਇਆ। 1969 ਵਿੱਚ ਸਰਦਾਰ ਗਿਆਨ ਸਿੰਘ ਰਾੜੇਵਾਲਾ ਦੀ ਕਾਂਗਰਸ ਤੋਂ ਮੁੜ ਅਕਾਲੀ ਦਲ ਵੱਲ ਘਰ ਵਾਪਸੀ ਇਸ ਬਦਲੀ ਹੋਈ ਰਾਜਸੀ ਹਕੀਕਤ ਦਾ ਉਗੜਵਾਂ ਪ੍ਰਮਾਣ ਹੈ ਜਾਂ ਸੀ। ਸਿਰਲੇਖ ਸੱਤਾ ਦਾ ਗ੍ਰਹਿਣ। ਅਸੂਲਾਂ ਅਤੇ ਆਦਰਸ਼ਾਂ ਨੂੰ ਪਰਨਾਈਆਂ ਸਮਾਜੀ ਤੇ ਰਾਜਸੀ ਤਾਕਤਾਂ ਨੂੰ ਅਕਸਰ ਮਨੋਰਥਾਂ ਤੇ ਸਾਧਨਾ ਦੀ ਸਿਧਾਂਤਕ ਅਤੇ ਨੈਤਿਕ ਗੁੰਝਲ ਨਾਲ ਉਲਝਣਾ ਪੈਂਦਾ ਹੈ। ਇਹ ਕਹਿਣਾ ਕਿ ਜੰਗ ਤੇ ਪਿਆਰ ਵਿੱਚ ਸਭ ਕੁਝ ਉਚਿਤ ਹੁੰਦਾ ਹੈ ਨੈਤਿਕਤਾ ਨੂੰ ਮੁਕੰਮਲ ਰੂਪ 'ਚ ਨਕਾਰਨਾ ਹੈ। ਜਦ ਮੁਹੰਮਦ ਇਕਬਾਲ ਦੁਨੀਆ ਦੇ ਬਾਦਸ਼ਾਹਾਂ ਦੀ ਜੰਗ ਨੂੰ ਮਾਰ ਧਾੜ ਕਹਿ ਕੇ ਭੰਡਦਾ ਅਤੇ ਮੋਮਨਾਂ ਦੀ ਜੰਗ ਨੂੰ ਪੈਗੰਬਰੀ ਦਸਤੂਰ ਕਹਿ ਕੇ ਉਚਿਆਉਂਦਾ ਹੈ ਤਾਂ ਉਹ ਪ੍ਰਤੱਖ ਤੌਰ ਤੇ ਜੰਗ ਨੂੰ ਇਸ ਦੇ ਮਨੋਰਥਾਂ ਨਾਲ ਜੋੜ ਕੇ ਦੇਖਣ ਦੇ ਨਜ਼ਰੀਏ ਦੀ ਵਜਾਹਤ ਕਰਦਾ ਹੈ। ਜੰਗ ਵਿੱਚ ਜਿੱਤ ਯਕੀਨਨ ਹੀ ਵੱਡੀ ਅਹਿਮੀਅਤ ਰੱਖਦੀ ਹੈ, ਪਰ ਜਿੱਤਣਾ ਅਸਲੀ ਮਨੋਰਥ ਨਹੀਂ ਹੁੰਦਾ, ਸਗੋਂ ਜਿੱਤਣ ਦਾ ਵੀ ਕੋਈ ਮਨੋਰਥ ਹੁੰਦਾ ਹੈ। ਇਹ ਮਨੋਰਥ ਤੁੱਛ ਅਤੇ ਘਟੀਆ ਵੀ ਹੋ ਸਕਦਾ ਹੈ ਅਤੇ ਮਹਾਨ ਤੇ ਪਵਿੱਤਰ ਵੀ। ਅਸਲ ਵਿੱਚ ਮਨੋਰਥ ਹੀ ਜੰਗ ਦਾ ਖਾਸਾ ਤੈਅ ਕਰਦਾ ਹੈ। ਕਿਸੇ ਉੱਚੇ ਸੱਚੇ ਆਦਰਸ਼ ਲਈ ਲੜੀ ਜਾਣ ਵਾਲੀ ਜੰਗ ਅਤੇ ਤੁੱਛ ਜਾਂ ਘਟੀਆ ਮਨੋਰਥਾਂ ਲਈ ਲੜੀ ਜਾਣ ਵਾਲੀ ਜੰਗ ਵਿੱਚ ਜ਼ਮੀਨ ਅਤੇ ਅਸਮਾਨ ਜਿੰਨਾ, ਜਾਂ ਇਹ ਕਹਿ ਲਵੋ ਕਿ ਸੱਚ ਅਤੇ ਝੂਠ ਜਿੰਨਾ, ਜਾਂ ਹੋਰ ਵੱਧ ਠੀਕ ਕਹਿਣਾ ਹੋਵੇ ਤਾਂ ਸੱਚ ਅਤੇ ਝੂਠ ਜਿੰਨਾ ਫਰਕ ਹੁੰਦਾ ਹੈ। ਕਿਉਂਕਿ ਜੰਗ ਕਿਸੇ ਮਨੋਰਥ ਦੀ ਪ੍ਰਾਪਤੀ ਦਾ ਇੱਕ ਵਸੀਲਾ ਹੈ
इस करके जंग दौरान किहड़ी गल उचित अते किहड़ी गल अनुचित है, इस दा नितारा जंग दे मनोरथां तो हुंदा है। जंग ते प्यार विच सब कुछ उचित है दी प्रचलित धारना किसी घटिया मनोरथ लई लड़ी जाण वाली जंग उत्ते भले ही लागू पई हुंदी होवे, पर उच्चे आदर्शां ते सुच्चे उद्देशां लई लड़ी जाण वाली जंग उत्ते हरगिज़ लागू नहीं हुंदी। जेकर क्लाज़विज़ दे इस कथन ਨੂੰ सच मन लिया जावे कि जंग वखरे ढंग तरीकों राही राजनीति का ही जारी अमल हुंदा है, तो उपर बयानिया नियम राजनीति उत्ते भी बराबर लागू हुंदा है। सो नैतिक लिहाज नाल राजसी ताकतां ते व्यक्तियां नूं दो वर्गां च वंडिया जा सकदा है। एक ਉਹ जिन्हां ਲਈ राजनीति अपने स्वार्थी हितां की पूर्ति का ही वसीला हुंदी है। अजिहे राजसी दलों ते व्यक्तियों की कोई समाजी या राजनीतिक वचनबद्धता नहीं हुंदी ते ना कोई सुच्चा आदर्श हुंदा है। इस करके वो सबना नैतिक असूलों के बंदिशां तो मुक्त हुंदे हन। उन्हां लई हर वो कर्म जिस नाल उन्हां दे स्वार्थी हित पूरे होण योग हुंदा है, पर किसी समाजी मनोरथ अते आदर्श नूं प्रणाए राजसी दलां ते व्यक्तियां दा मामला इदों एकदम वखरा हुंदा है। राजनीति उन्हां लई इच्छित उद्देशां ते निशानिਆਂ ਨੂੰ हासिल करन दा एक जरिया हुंदी है। इस करके उन्हां दे किसी भी राजनीतिक कर्म अते नीति पैंतड़े दे उचित जां अनुचित होण दा निर्णय इस गल तो हुंदा है कि उन्हां दे मिथे होए निशाने ते मनोरथ दे अनुसार ही है जां नहीं। उन्हां दे नीति पैंतड़े वक्ती गरजां ते लाहियां नूं मुख रख के नहीं घड़े जांदे, सगों निर्धारित उद्देशां ते टीचियां नूं ध्यान विच रख के घड़े जांदे हन। इस करके कोई भी अजिहा कर्म जां नीति पैंतड़ा जो उन्हां दे दूर रस उद्देशां ते निशानिਆਂ नाल विरोध जां टकराव विच आउंदा है, अर्थात जो उन्हां नूं अपनी मार्ग सेध तो थड़काउण अते पुचलाउण दा कारण अते वसीला बनदा होवे, उन्हां लई वर्जित हो जांदा है। पर हर असूल ते आदर्श वांग यह गल कह लैनी जिन्नी सौखी है, अमल विच निभाउणी उन्नी ही औखी है। कारण यह कि असूल कुर्बानी, सिदक ते त्याग की मंग करते हैं, पर जद कि मनुख की आम प्रकृति उसनूं फौरी गरजां ते लाहियां वल खिंचदी है। राजनीति अंदर असूलों उत्ते पहरा देना आम जिंदगी नालों होर भी कठिन हुंदा है, क्योंकि राजनीति अंदर तिलकणबाजी के मौके ते खतरे बहुत आम हुंदे हन। राजनीति का खेतर लालच ते स्वार्थ दे विषाणुआं दे पलरन फैलरन लई बहुत ही मुआफक वायुमंडल मुहैया करता है, अते जेकर निरंतर करनियां सावधानियां ना वरतियां जाण तां इन्हां विषाणुआं दे मारू असरां तो बचाव कर सकना नामुमकिन हो जाता है। राजनीति अंदर असूलां ते दृढ़ रहण दा मजबूत इरादा ही काफ़ी नहीं हुंदा, नाल ही असूलां दे दृढ़ रहण दी राजसी विद्या दा बोध ग्रहण भी जरूरी है। जिंदगी कदे भी समाजी ते राजसी ताकतां नूं अपने निर्धारित निशानिਆਂ ਵੱਲ ਪੱਧਰੇ ਅਤੇ ਸਿੱਧੇ ਸਪਾਟ ਰਸਤੇ ਉੱਤੇ ਅੱਗੇ ਵਧਣ ਦੀਆਂ ਆਦਰਸ਼ਕ ਹਾਲਤਾਂ ਮੁਹੱਈਆ ਨਹੀਂ ਕਰਦੀ। ਆਪਣੀ ਮੰਜ਼ਿਲ ਵੱਲ ਵਧਣ ਲਈ ਉਹਨਾਂ ਨੂੰ ਲਾਜ਼ਮੀ ਤੌਰ ਤੇ ਉਗੜੇ ਦੁਗੜੇ ਰਾਹਾਂ, ਟੇਢੇ ਮੇਢੇ ਰਸਤਿਆਂ ਅਤੇ ਗੁੰਝਲਾਂ ਭਰੇ ਅਮਲਾਂ ਚੋਂ ਦੀ ਗੁਜ਼ਰਨਾ ਪੈਂਦਾ ਹੈ। ਰਾਹ ਦੇ ਵਿੱਚ ਜਿੰਨੇ ਵੱਧ ਵਿੰਗ ਵਲੇਵੇਂ ਹੋਣਗੇ, सही दिशा कायम रख सकनी उन्नी ही दुभार हो जाती है। आम जिंदगी अंदर औजड़े सफरां विच दिशा का हिसाब रखण लई मशीनी यंत्रां की मदद लई जाती है, परंतु राजनीति के अमल अंदर अजिहा कोई यंत्र जां कार
ਆਮਦ ਨਹੀਂ ਹੁੰਦਾ। ਵੀ.ਆਈ. ਲੈਨਨ ਦਾ ਰਾਜਨੀਤੀ ਬਾਰੇ ਇਹ ਕਥਨ ਬੜਾ ਮਸ਼ਹੂਰ ਹੈ ਕਿ ਰਾਜਨੀਤੀ ਅੰਕ ਗਣਿਤ ਨਾਲੋਂ ਵੱਧ ਬੀਜ ਗਣਿਤ ਹੁੰਦੀ ਹੈ ਅਤੇ ਮੂਲ ਗਣਿਤ ਨਾਲੋਂ ਵੱਧ ਉੱਚ ਗਣਿਤ ਹੁੰਦੀ ਹੈ। ਇਸ ਸੰਦਰਭ ਵਿੱਚ ਦੇਖਿਆ ਰਾਜਨੀਤੀ ਦੇ ਵਿਖੜੇ ਪੈਂਡਿਆਂ ਉੱਤੇ ਸਹੀ ਦਿਸ਼ਾ ਅਤੇ ਸੰਤੁਲਨ ਬਣਾਈ ਰੱਖਣ ਲਈ ਜਿੰਨਾ ਬੁਲੰਦ ਇਖਲਾਕ ਜ਼ਰੂਰੀ ਹੈ, ਉਨੀ ਹੀ ਬੌਧਿਕ ਕਾਬਲੀਅਤ ਦਰਕਾਰ ਹੁੰਦੀ ਹੈ। ਦੂਰ ਦੀ ਮੰਜ਼ਿਲ ਤੱਕ ਪਹੁੰਚਣ ਲਈ ਰਸਤੇ ਦੀਆਂ ਕਿੰਨੀਆਂ ਹੀ ਦੁਰਗਮ ਰੁਕਾਵਟਾਂ ਸਰ ਕਰਨੀਆਂ ਪੈਂਦੀਆਂ ਹਨ। ਰਾਜਨੀਤੀ ਦੇ ਠੋਸ ਅਮਲ ਅੰਦਰ ਖਾਲੀ ਸਿਧਾਂਤ ਮਾਅਨੇ ਨਹੀਂ ਰੱਖਦੇ। ਠੋਸ ਮਸਲੇ ਠੋਸ ਨੀਤੀਆਂ ਤੇ ਪੈਂਤੜਿਆਂ ਦੀ ਮੰਗ ਕਰਦੇ ਹਨ। ਠੋਸ ਨੀਤੀਆਂ ਤੇ ਪੈਂਤੜੇ ਘੜਨ ਲਈ ਇੱਕੋ ਸਮੇਂ ਦੂਰ ਦੀ ਤੇ ਨੇੜੇ ਦੀ ਨਜ਼ਰ ਦਾ ਸੁਮੇਲਵਾਂ ਇਸਤੇਮਾਲ ਕਰਨ ਦੀ ਸਮਰੱਥਾ ਅਤੇ ਜਾਂਚ ਜ਼ਰੂਰੀ ਹੈ। ਰਾਜਸੀ ਤਾਕਤਾਂ ਦੇ ਇਮਾਨ ਤੇ ਬੁੱਧੀ ਦੀ ਅਸਲੀ ਪ੍ਰੀਖਿਆ ਇਸੇ ਅਭਿਆਸ ਅੰਦਰ ਹੁੰਦੀ ਹੈ। ਇਹੀ ਉਹ ਜਗ੍ਹਾ ਹੈ ਜਿੱਥੇ ਅਕਸਰ ਜ਼ਿਆਦਾਤਰ ਰਾਜਸੀ ਤਾਕਤਾਂ ਤੇ ਆਗੂ ਹਸਤੀਆਂ ਦੀਆਂ ਅੱਖਾਂ ਵਿੱਚ ਫੌਰੀ ਗਰਜਾਂ ਤੇ ਲਾਹਿਆਂ ਦੀ ਲਾਲਸਾ ਦਾ ਮੋਤੀਆ ਉਤਰ ਆਉਂਦਾ ਹੈ ਅਤੇ ਉਹਨਾਂ ਦੀ ਦੂਰ ਰਸ ਨਿਸ਼ਾਨਿਆਂ ਤੇ ਮਨੋਰਥਾਂ ਉੱਤੇ ਨਜ਼ਰ ਟਿਕਾਈ ਰੱਖਣ ਦੀ ਸਮਰੱਥਾ ਬੁਰੀ ਤਰ੍ਹਾਂ ਗ੍ਰਹਿਣੀ ਜਾਂਦੀ ਹੈ। 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਅਕਾਲੀ ਦਲ ਸਾਹਮਣੇ ਪੈਦਾ ਹੋਈਆਂ ਨਵੀਆਂ ਸੰਭਾਵਨਾਵਾਂ ਅਤੇ ਇਸ ਦੀ ਰਾਜਨੀਤਿਕ ਸੇਧ ਅੰਦਰ ਪ੍ਰਗਟ ਹੋਈਆਂ ਕੁਝ ਅਹਿਮ ਤਬਦੀਲੀਆਂ ਨੂੰ ਉਪਰੋਕਤ ਦ੍ਰਿਸ਼ਟੀਕੋਣ ਤੋਂ ਦੇਖਣ ਅਤੇ ਅੰਗਣ ਦੀ ਲੋੜ ਹੈ। ਪੰਜਾਬੀ ਸੂਬੇ ਦੀ ਸਥਾਪਨਾ ਨਾਲ ਅਕਾਲੀ ਦਲ ਲਈ ਸਿੱਖਾਂ ਦੀ ਪ੍ਰਮੁੱਖ ਨੁਮਾਇੰਦਾ ਰਾਜਸੀ ਜਮਾਤ ਹੋਣ ਦੇ ਨਾਤੇ ਪੰਜਾਬ ਦੀ ਰਾਜਗੱਦੀ ਉੱਤੇ ਬਿਰਾਜਮਾਨ ਹੋਣ ਦਾ ਰਾਜਨੀਤਿਕ ਸਬੱਬ ਜ਼ਰੂਰ ਪੈਦਾ ਹੋ ਗਿਆ, ਪਰ ਇਸ ਦਾ ਮਤਲਬ ਇਹ ਕਦਾਚਿਤ ਨਹੀਂ ਸੀ ਕਿ ਅਕਾਲੀ ਦਲ ਲਈ ਰਾਜਸੀ ਸੱਤਾ ਥਾਲੀ ਵਿੱਚ ਪਰੋਸੀ ਪਈ ਸੀ। ਹਕੀਕਤ ਇਹ ਸੀ ਕਿ ਪੰਜਾਬ ਦੇ ਰਾਜ ਸਿੰਘਾਸਣ ਤੱਕ ਅੱਪੜਨ ਲਈ ਅਕਾਲੀ ਦਲ ਨੂੰ ਰਸਤੇ ਦੀਆਂ ਕਈ ਔਖੀਆਂ ਰੁਕਾਵਟਾਂ ਸਰ ਕਰਨੀਆਂ ਪੈਣੀਆਂ ਸਨ। ਪੰਜਾਬ ਅੰਦਰ ਸਿੱਖ ਵਸੋਂ 55% ਦੇ ਕਰੀਬ ਹੈ, ਪਰ ਸਾਰੀ ਸਿੱਖ ਵਸੋਂ ਰਾਜਸੀ ਤੌਰ ਤੇ ਅਕਾਲੀ ਦਲ ਦੀ ਸਮਰਥਕ ਨਹੀਂ। ਕਾਂਗਰਸ ਪਾਰਟੀ ਨੇ ਸਿੱਖ ਭਾਈਚਾਰੇ ਅੰਦਰ ਚੰਗੀ ਖਾਸੀ ਰਾਜਸੀ ਸੰਨ ਲਾ ਰੱਖੀ ਸੀ। ਅਕਾਲੀ ਦਲ ਦਾ ਸਮਾਜਿਕ ਅਤੇ ਰਾਜਨੀਤਿਕ ਆਧਾਰ ਮੁੱਖ ਤੌਰ ਤੇ ਸਿੱਖਾਂ ਦੇ ਦੋ ਵਰਗਾਂ ਤੱਕ ਹੀ ਸੀਮਿਤ ਸੀ। ਪੇਂਡੂ ਖੇਤਰ ਵਿੱਚ ਜੱਟ ਕਿਸਾਨਾਂ ਅੰਦਰ ਅਤੇ ਸ਼ਹਿਰਾਂ ਵਿੱਚ ਸਿੱਖ ਵਪਾਰੀ ਕਾਰੋਬਾਰ ਤਬਕੇ ਖੱਤਰੀ ਅਤੇ ਅਰੋੜਾ ਵਰਗ ਅੰਦਰ। ਪੇਂਡੂ ਵਸੋਂ ਦੇ ਗੈਰ ਜੱਟ ਤਬਕੇ ਅਤੇ ਸ਼ਹਿਰੀ ਸਿੱਖ ਵਸੋਂ ਦੀਆਂ ਦਰਮਿਆਨੀਆਂ ਤੇ ਹੇਠਲੀਆਂ ਪਰਤਾਂ ਰਾਜਨੀਤਿਕ ਅਤੇ ਭਾਵਨਾਤਮਿਕ ਤੌਰ ਤੇ ਕਾਂਗਰਸ ਪਾਰਟੀ ਨਾਲ ਜੁੜੀਆਂ ਹੋਈਆਂ ਸਨ। ਇਸ ਰਾਜਨੀਤਿਕ ਪਾਲਾਬੰਦੀ ਦੇ ਕਾਰਨ ਬੜੇ ਪ੍ਰਤੱਖ ਸਨ। ਇਸ ਵਿੱਚ ਸਮਾਜੀ ਆਰਥਿਕ ਫੈਕਟਰ ਦਾ ਵੀ ਵੱਡਾ ਹੱਥ ਸੀ, ਪਰ ਸਭ ਤੋਂ ਅਹਿਮ ਤੇ ਨਿਰਣਾਇਕ ਫੈਕਟਰ ਜਾਤ ਪਾਤ ਦਾ ਸੀ। ਸਿਰਲੇਖ ਜਾਤ ਪਾਤ ਆਦਰਸ਼ ਅਤੇ ਹਕੀਕਤ। ਭਾਵੇਂ ਗੁਰੂ ਸਾਹਿਬਾਨ ਨੇ ਹਿੰਦੂ ਸਮਾਜ ਦੀ ਸਭ ਤੋਂ ਵੱਡੀ ਲਾਹਨਤ ਜਾਤ ਪਾਤ ਪ੍ਰਣਾਲੀ ਦਾ ਸਿਧਾਂਤ ਤੇ ਅਮਲ ਦੀ ਪੱਧਰ ਤੇ ਜ਼ੋਰਦਾਰ ਖੰਡਨ ਕਰਦਿਆਂ ਹੋਇਆਂ ਸਿੱਖ ਸਮਾਜ ਅੰਦਰ ਇਸ ਦੀ ਪੂਰਨ ਮਨਾਹੀ ਕਰ ਦਿੱਤੀ ਸੀ, ਪਰ ਗੁਰੂ ਕਾਲ ਤੋਂ ਬਾਅਦ ਹੌਲੀ ਹੌਲੀ ਸਿੱਖੀ ਦੇ ਬੁਨਿਆਦੀ ਸਿਧਾਂਤ ਕਮਜ਼ੋਰ ਪੈਣੇ ਸ਼ੁਰੂ ਹੋ ਗਏ। ਜਿਨ੍ਹਾਂ ਹਿੰਦੂਵਾਦੀ ਅਮਲਾਂ ਦਾ ਗੁਰੂ ਸਾਹਿਬਾਨ ਨੇ ਖੰਡਨ ਕੀਤਾ ਸੀ, ਉਹਨਾਂ ਨੇ ਸਿੱਖ ਧਰਮ ਅਤੇ ਸਮਾਜ ਨੂੰ ਮੁੜ ਆਪਣੀ ਮਾਰੂ ਗ੍ਰਿਫਤ ਵਿੱਚ ਲੈ ਲਿਆ। ਸਿੱਖ ਸਮਾਜ ਉੱਤੇ ਹਿੰਦੂਵਾਦ ਦੇ ਦੁਰਪ੍ਰਭਾਵਾਂ ਦਾ ਸਭ ਤੋਂ ਗੂੜਾ ਇਜ਼ਹਾਰ ਸਿੱਖ ਪੰਥ ਅੰਦਰ ਜਾਤ ਪਾਤੀ ਪ੍ਰਣਾਲੀ ਦੀ ਮੁੜ ਬਹਾਲੀ ਦੇ ਰੂਪ ਵਿੱਚ ਹੋਇਆ। ਅਜਿਹੇ ਅਨੇਕਾਂ ਇਤਿਹਾਸਕ ਪ੍ਰਣਾਮ ਤੇ ਹਵਾਲੇ ਮਿਲਦੇ ਹਨ ਜੋ 19ਵੀਂ ਸਦੀ ਤੱਕ ਸਿੱਖ ਪੰਥ ਦੇ ਮੁੜ ਤੋਂ ਜਾਤ ਪਾਤ ਪ੍ਰਬੰਧ ਦੀ ਮੁਕੰਮਲ ਜਕੜ ਵਿੱਚ ਆ ਜਾਣ ਦੀ ਪੁਸ਼ਟੀ ਕਰਦੇ ਹਨ। 19ਵੀਂ ਸਦੀ ਦੇ ਦੂਜੇ ਅੱਧ ਦੌਰਾਨ ਭਾਵੇਂ ਸਿੰਘ ਸਭਾ ਲਹਿਰ ਦੁਆਰਾ ਆਰੰਭੀਆਂ ਸੁਧਾਰ ਮੁਖੀ ਸਰਗਰਮੀਆਂ ਨੇ
ਸਿੱਖ ਸਮਾਜ ਨੂੰ ਹਿੰਦੂਵਾਦੀ ਪ੍ਰਭਾਵਾਂ ਤੋਂ ਮੁਕਤ ਕਰਨ ਵਿੱਚ ਕੁਝ ਸ਼ਲਾਘਾਯੋਗ ਸਫਲਤਾਵਾਂ ਹਾਸਲ ਕੀਤੀਆਂ, ਪਰ ਜਾਤ ਪਾਤ ਦਾ ਕੋੜ ਸਿੱਖ ਸਮਾਜ ਅੰਦਰ ਇਸ ਕਦਰ ਫੈਲ ਚੁੱਕਿਆ ਸੀ ਕਿ ਸਿੰਘ ਸਭਾ ਲਹਿਰ ਦੇ ਆਗੂਆਂ ਦੇ ਇਨਕਲਾਬੀ ਉਪਰਾਲਿਆਂ ਦੇ ਬਾਵਜੂਦ ਸਿੱਖ ਪੰਥ ਇਸ ਨਾ ਮੁਰਾਦ ਲਾਗ ਦੇ ਅਸਰਾਂ ਤੋਂ ਮੁਕਤ ਨਾ ਹੋ ਸਕਿਆ। ਫਿਰ ਵੀ ਸਿੰਘ ਸਭਾ ਲਹਿਰ ਦੁਆਰਾ ਸਿੱਖੀ ਦੇ ਮੂਲ ਸਿਧਾਂਤਾਂ ਤੇ ਮੌਲਿਕ ਪਰੰਪਰਾਵਾਂ ਦੀ ਮੁੜ ਸਥਾਪਤੀ ਲਈ ਵਿੱਢੀ ਵਿਚਾਰਧਾਰਕ ਮੁਹਿੰਮ ਦਾ ਇੰਨਾ ਕੁ ਅਸਰ ਜ਼ਰੂਰ ਹੋਇਆ ਕਿ ਪੰਥ ਦੇ ਰੋਸ਼ਨ ਖਿਆਲ ਹਿੱਸਿਆਂ ਅੰਦਰ ਜਾਤ ਪਾਤ ਦੇ ਖਾਤਮੇ ਲਈ ਸੱਜਰਾ ਜੋਸ਼ ਅਤੇ ਉਤਸ਼ਾਹ ਪੈਦਾ ਹੋ ਗਿਆ ਅਤੇ ਉਹਨਾਂ ਸਿੱਖ ਸਮਾਜ ਨੂੰ ਇਸ ਹਿੰਦੂਵਾਦੀ ਲਾਂਭ ਤੋਂ ਸੁਰਖਰੂ ਕਰਨ ਲਈ ਤਿੱਖੀ ਵਿਚਾਰਧਾਰਕ ਮੁਹਿੰਮ ਵਿੱਢ ਦਿੱਤੀ। ਸਿੱਟੇ ਵਜੋਂ ਸਿੱਖ ਪੰਥ ਅੰਦਰ ਜਾਤ ਪਾਤ ਦੀ ਖੁੱਲੀ ਵਜ਼ਾਹਤ ਕਰਨ ਵਾਲੇ ਤੱਤ, ਖਾਸ ਕਰਕੇ ਸਿੱਖੀ ਅੰਦਰ ਬ੍ਰਾਹਮਣਵਾਦੀ ਖੋੜ ਰਲਾਉਣ ਦਾ ਮੁੱਖ ਵਾਹਕ ਬਣਿਆ ਹੋਇਆ ਮਹੰਤ ਪੁਜਾਰੀ ਲਾਣਾ ਸਿੱਖੀ ਸੁਧਾਰ ਲਹਿਰ ਤੇ ਦੇ ਹਮਲੇ ਦੀ ਸਿੱਧੀ ਮਾਰ ਹੇਠ ਆ ਗਿਆ ਅਤੇ ਸਿੱਖ ਪੰਥ ਦੇ ਧਾਰਮਿਕ ਕੇਂਦਰਾਂ ਅਤੇ ਅਮਲਾਂ ਅੰਦਰ ਜਾਤ ਪਾਤੀ ਭੇਦਭਾਵ ਦਾ ਖੁੱਲ੍ਹਾ ਪ੍ਰਗਟਾਵਾ ਪਹਿਲਾਂ ਜਿੰਨਾ ਆਮ ਵਰਤਾਰਾ ਨਾ ਰਿਹਾ। ਪਰ ਜਿੱਥੋਂ ਤੱਕ ਆਮ ਸਮਾਜਿਕ ਜੀਵਨ ਦਾ ਸੰਬੰਧ ਹੈ, ਉੱਥੇ ਜਾਤ ਪਾਤੀ ਭੇਦਭਾਵ ਤੇ ਵੰਡ ਵਖਰੇਵੇਂ ਜਿਉਂ ਦੀ ਤਿਉਂ ਬਰਕਰਾਰ ਰਹੇ। ਖਾਸ ਕਰਕੇ ਪੇਂਡੂ ਸਮਾਜ ਅੰਦਰ ਅਖੌਤੀ ਉੱਚ ਜਾਤੀ ਵਰਗਾਂ ਦੇ ਨੀਚ ਅਤੇ ਅਛੂਤ ਸਮਝੇ ਜਾਂਦੇ ਵਰਗਾਂ ਪ੍ਰਤੀ ਜਾਤ ਹੰਕਾਰੀ ਵਤੀਰੇ ਤੇ ਵਰਤਾਓ ਵਿੱਚ ਕੋਈ ਖਾਸ ਤਬਦੀਲੀ ਨਾ ਆਈ। ਸੱਚ ਇਹ ਸੀ ਕਿ ਸਿੱਖ ਪੰਥ ਅੰਦਰੋਂ ਬ੍ਰਾਹਮਣ ਵਰਗ ਜਿਸਮਾਨੀ ਰੂਪ ਵਿੱਚ ਭਲੇ ਹੀ ਅਲੋਪ ਹੋ ਚੁੱਕਾ ਸੀ, ਪਰ ਸੋਚ ਦੀ ਪੱਧਰ ਤੇ ਉਹ ਸਿੱਖ ਸਮਾਜ ਅੰਦਰ ਜਿਉਂ ਦੀ ਤਿਉਂ ਹਾਜ਼ਰ ਨਾਜ਼ਰ ਸੀ। ਰੋਜ਼ਮਰਾ ਜ਼ਿੰਦਗੀ ਅੰਦਰ ਜਾਤ ਪਾਤੀ ਭੇਦਭਾਵ ਤੇ ਵਿਰੋਧ ਵਖਰੇਵਿਆਂ ਪੱਖੋਂ ਹਿੰਦੂ ਅਤੇ ਸਿੱਖ ਸਮਾਜ ਵਿਚਕਾਰ ਕੋਈ ਬੁਨਿਆਦੀ ਅੰਤਰ ਨਹੀਂ ਸੀ ਰਿਹਾ। ਹਾਂ, ਗੁਰੂ ਸਾਹਿਬਾਨ ਦੀ ਇਨਕਲਾਬੀ ਵਿਚਾਰਧਾਰਾ ਦੀ ਪ੍ਰੇਰਨਾ ਤੇ ਪ੍ਰਭਾਵ ਹੇਠ ਸਿੱਖ ਲਹਿਰ ਦੁਆਰਾ ਆਪਣੇ ਆਰੰਭਕ ਦੌਰ ਅੰਦਰ ਨੇਪਰੇ ਚਾਲੇ ਇਨਕਲਾਬੀ ਕਾਰਜਾਂ ਦੀ ਬਦੌਲਤ ਸਿੱਖ ਸਮਾਜ ਅੰਦਰ ਜਾਤ ਪਾਤੀ ਦਰਜਾਬੰਦੀ ਦੀ ਬੋਣ ਬਣਤਰ ਅੰਦਰ ਜ਼ਰੂਰ ਵੱਡਾ ਬਦਲਾਅ ਆ ਗਿਆ ਸੀ। ਜਿੱਥੇ ਹਿੰਦੂ ਸਮਾਜ ਅੰਦਰ ਬ੍ਰਾਹਮਣ ਵਰਗ ਦਾ ਸਮਾਜੀ ਦਰਜਾ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ, ਉੱਥੇ ਸਿੱਖ ਸਮਾਜ ਅੰਦਰ ਧਾਰਮਿਕ ਤੇ ਸਮਾਜੀ ਖੇਤਰ ਵਿੱਚ ਬ੍ਰਾਹਮਣ ਵਰਗ ਦੀ ਸਰਵ ਉੱਚਤਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ। ਪਰ ਸਮਾਂ ਪੈਣ ਨਾਲ ਜਿਉਂ ਹੀ ਸਿੱਖ ਸਮਾਜ ਮੁੜ ਤੋਂ ਜਾਤ ਪਾਤੀ ਪ੍ਰਣਾਲੀ ਦੀ ਜਕੜ ਵਿੱਚ ਆ ਗਿਆ, ਤਾਂ ਉਹ ਵਰਗ ਜਿਨ੍ਹਾਂ ਨੇ ਖਾਲਸਾ ਪੰਥ ਦੇ ਇਨਕਲਾਬੀ ਦੌਰ ਵਿੱਚ ਵੱਧ ਗਤੀਸ਼ੀਲ ਭੂਮਿਕਾ ਨਿਭਾਉਣ ਦਾ ਜਸ ਖਟਿਆ ਸੀ ਅਤੇ ਜਿਨ੍ਹਾਂ ਨੂੰ ਰਵਾਇਤੀ ਹਿੰਦੂ ਜਾਤ ਪਾਤੀ ਦਰਜਾਬੰਦੀ ਅੰਦਰ ਬ੍ਰਾਹਮਣ ਵਰਗ ਨਾਲੋਂ 1 ਜਾਂ 2 ਦਰਜੇ ਨੀਵੇਂ ਸਮਝਿਆ ਜਾਂਦਾ ਸੀ, ਉਹ ਸਿੱਖ ਸਮਾਜ ਅੰਦਰ ਉੱਚਾ ਸਮਾਜੀ ਦਰਜਾ ਗ੍ਰਹਿਣ ਕਰ ਗਏ। ਇਸ ਤਰ੍ਹਾਂ ਪੇਂਡੂ ਸਿੱਖ ਸਮਾਜ ਅੰਦਰ ਜੱਟ ਵਰਗ ਨੇ ਅਤੇ ਸ਼ਹਿਰੀ ਸਿੱਖ ਸਮਾਜ ਅੰਦਰ ਖੱਤਰੀ ਅਰੋੜਾ ਵਰਗ ਨੇ ਸਵਰਨ ਜਾਤੀਆਂ ਵਾਲਾ ਸਮਾਜੀ ਰੁਤਬਾ ਹਾਸਲ ਕਰ ਲਿਆ, ਜਦਕਿ ਜਾਤ ਪਾਤ ਦੀ ਜਕੜ ਵਿੱਚ ਆਏ ਸਿੱਖ ਸਮਾਜ ਅੰਦਰ ਵੀ ਅਛੂਤ ਕਹੇ ਜਾਂਦੇ ਵਰਗਾਂ ਦਾ ਪਹਿਲਾਂ ਵਾਲਾ ਦਰਜਾ ਹੀ ਬਰਕਰਾਰ ਰਿਹਾ। ਪਛੜੀਆਂ ਸਮਝੀਆਂ ਜਾਣ ਵਾਲੀਆਂ ਹੋਰਨਾਂ ਜਾਤਾਂ ਦੇ ਸਮਾਜੀ ਦਰਜੇ ਅੰਦਰ ਕੋਈ ਵੱਡਾ ਬਦਲਾਅ ਨਹੀਂ ਆਇਆ। ਇਸ ਸਮਾਜੀ ਯਥਾਰਥ ਦੀ ਰਾਜਨੀਤਿਕ ਖੇਤਰ ਅੰਦਰ ਪਰਛਾਈ ਪੈਣੀ ਸੁਭਾਵਿਕ ਸੀ। ਖਾਸ ਕਰਕੇ ਪੇਂਡੂ ਖੇਤਰ ਅੰਦਰ ਇਹ ਗੱਲ ਵੱਧ ਰੜਕਵੇਂ ਰੂਪ ਵਿੱਚ ਸਾਹਮਣੇ ਆਈ। ਪੰਜਾਬ ਦੀ ਪੇਂਡੂ ਜ਼ਿੰਦਗੀ ਦੀ ਸਮਾਜੀ ਆਰਥਿਕ ਹਕੀਕਤ ਇਹ ਹੈ ਕਿ ਪੇਂਡੂ ਦਲਿਤ ਵਰਗ ਜ਼ਮੀਨ ਜਾਇਦਾਦ ਤੋਂ ਵਾਂਝਾ, ਸਮਾਜਿਕ ਤੌਰ ਤੇ ਸਭ ਤੋਂ ਵੱਧ ਲਤਾੜਿਆ ਹੋਇਆ, ਤਿੱਖੀ ਆਰਥਿਕ ਲੁੱਟ ਖਸੁੱਟ ਅਤੇ ਚੁਭਵੇਂ ਸਮਾਜੀ ਜ਼ਬਰ ਤੇ ਦਾਬੇ ਦਾ ਸ਼ਿਕਾਰ ਹੈ। ਉਸ ਦੀ ਜ਼ਿੰਦਗੀ ਅੰਦਰ ਹਿੰਦੂ ਸਵਰਨ ਜਾਤੀਆਂ ਦਾ ਬਹੁਤਾ ਸਿੱਧਾ ਦਖਲ ਨਹੀਂ। ਖੇਤੀ ਅੰਦਰ ਕਿਰਤ ਮਜ਼ਦੂਰੀ ਕਰਦਿਆਂ ਅਤੇ ਪਿੰਡ ਅੰਦਰ ਆਮ ਜੀਵਨ ਬਸਰ ਕਰਦਿਆਂ ਉਸ ਦਾ ਜ਼ਿਆਦਾ ਕਰਕੇ ਸਿੱਧੇ ਮੱਥੇ ਜੱਟ ਵਰਗ ਨਾਲ ਹੀ ਵਾਹ ਪੈਂਦਾ ਹੈ। ਇਸ ਤਰ੍ਹਾਂ ਆਰਥਿਕ ਲੁੱਟ ਖਸੁੱਟ ਅਤੇ ਸਮਾਜਿਕ ਜ਼ਬਰ ਦੋਨੋਂ ਹੀ ਪੱਖਾਂ ਤੋਂ ਉਸ ਦਾ ਫੌਰੀ ਵਿਰੋਧ ਜੱਟ ਕਿਸਾਨ ਨਾਲ ਹੀ ਹੈ। ਇਸ ਵਿੱਚ ਸਿੱਧੇ ਰੂਪ 'ਚ ਹਿੰਦੂ ਸਵਰਨ ਜਾਤੀਆਂ ਕਿਤੇ ਨਹੀਂ ਆਉਂਦੀਆਂ, ਸਿਵਾਏ ਪੇਂਡੂ ਹੱਟ ਬਾਣੀਏ ਦੇ
ਜੋ ਦਲਿਤ ਵਰਗ ਦੀਆਂ ਆਰਥਿਕ ਮਜਬੂਰੀਆਂ ਦਾ ਫਾਇਦਾ ਉਠਾ ਕੇ ਸੂਦਖੋਰੀ ਆਦਿ ਦੇ ਜ਼ਰੀਏ ਉਸ ਦੀ ਆਰਥਿਕ ਲੁੱਟ ਖਸੁੱਟ ਵਿੱਚ ਭਾਈਵਾਲ ਬਣਦਾ ਹੈ। ਸੋ ਇਹ ਸਮਾਜੀ ਆਰਥਿਕ ਫੈਕਟਰ ਪੇਂਡੂ ਦਲਿਤ ਵਰਗ ਨੂੰ ਰਾਜਸੀ ਤੌਰ ਤੇ ਅਕਾਲੀ ਦਲ, ਜਿਸ ਨੂੰ ਕਿ ਪੇਂਡੂ ਖੇਤਰ ਅੰਦਰ ਜੱਟ ਕਿਸਾਨਾਂ ਦੀ ਰਾਜਸੀ ਜਮਾਤ ਦੇ ਰੂਪ ਵਿੱਚ ਹੀ ਪਛਾਣਿਆ ਜਾਂਦਾ ਹੈ, ਦੇ ਵਿਰੋਧ ਵੱਲ ਧੱਕਦੇ ਹਨ। ਦੂਜੇ ਪਾਸੇ ਸਮੁੱਚੇ ਭਾਰਤ ਦੇ ਦਲਿਤ ਵਰਗ ਵਾਂਗ ਪੰਜਾਬ ਦਾ ਦਲਿਤ ਭਾਈਚਾਰਾ ਵੀ ਕਾਂਗਰਸ ਪਾਰਟੀ ਨੂੰ ਆਪਣੀ ਹਿਤੈਸ਼ੀ ਧਿਰ ਦੇ ਰੂਪ ਵਿੱਚ ਦੇਖਦਾ ਹੈ। ਉਸ ਦੀ ਇਹ ਧਾਰਨਾ ਕਈ ਪੱਖਾਂ ਦੇ ਰਲਵੇਂ ਪ੍ਰਭਾਵ ਦਾ ਨਤੀਜਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੋਹਨਦਾਸ ਕਰਮਚੰਦ ਗਾਂਧੀ ਨੇ ਅਜੋਕੇ ਇਤਿਹਾਸ ਅੰਦਰ ਛੂਤ ਛਾਤ ਵਿਰੁੱਧ ਤਿੱਖੀ ਲੜਾਈ ਵਿੱਢਣ ਅਤੇ ਭਾਰਤ ਅੰਦਰ ਯੁਗਾਂ ਯੁਗਾਂਤਰਾਂ ਤੋਂ ਮਨੁੱਖੀ ਹੱਕਾਂ ਤੋਂ ਵਿਰਵੇਂ ਕੀਤੇ ਹੋਏ ਕਰਮਾਂ ਮਾਰੇ ਕਰੋੜਾਂ ਲੋਕ ਜਨਾਂ ਨੂੰ ਭਾਰਤੀ ਸਮਾਜ ਅਤੇ ਰਾਜ ਅੰਦਰ ਬਰਾਬਰ ਦੇ ਮਨੁੱਖੀ ਅਧਿਕਾਰ ਮੁਹੱਈਆ ਕਰਾਉਣ ਦਾ ਪੁੰਨ ਖੱਟ ਕੇ ਦਲਿਤ ਵਰਗਾਂ ਦੇ ਸਿਰਾਂ ਉੱਤੇ ਅਹਿਸਾਨਾਂ ਦਾ ਅਜਿਹਾ ਕਰਜ਼ਾ ਚਾੜ ਦਿੱਤਾ ਕਿ ਕਾਂਗਰਸੀ ਆਗੂ 50 ਸਾਲਾਂ ਤੋਂ ਨਿਰੰਤਰ ਇਸ ਕਰਜ਼ੇ ਦਾ ਸੂਦ ਵਸੂਲਦੇ ਆ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਦਲਿਤ ਵਰਗ ਨੂੰ ਸਰਕਾਰੀ ਨੌਕਰੀਆਂ ਤੋਂ ਲੈ ਕੇ ਚੁਣੇ ਹੋਏ ਅਦਾਰਿਆਂ ਤੱਕ ਰਾਖਵੇਂ ਕਰਨ ਦੀ ਸਹੂਲਤ ਅਤੇ ਅਜਿਹੀਆਂ ਹੋਰ ਰਿਆਇਤਾਂ ਦੇਣ ਨਾਲ ਇਸ ਵਰਗ ਦੀਆਂ ਕਾਂਗਰਸ ਪਾਰਟੀ ਨਾਲ ਸਾਂਝਾਂ ਹੋਰ ਪੱਕੀਆਂ ਹੋ ਗਈਆਂ। ਇਸ ਦੇ ਉਲਟ ਸਿੰਘ ਸਭਾ ਲਹਿਰ ਦੁਆਰਾ ਆਰੰਭੀ ਸਿੱਖ ਸੁਧਾਰ ਦੀ ਲਹਿਰ ਦਾ ਪ੍ਰਤਾਪ ਘਟ ਜਾਣ ਤੋਂ ਬਾਅਦ ਸਿੱਖ ਆਗੂਆਂ ਨੇ ਜਾਤ ਪਾਤ ਦੇ ਖਾਤਮੇ ਦੇ ਕਾਰਜ ਨੂੰ ਲਗਭਗ ਵਿਸਾਰ ਹੀ ਦਿੱਤਾ। ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੌਰਾਨ ਸਿੱਖ ਆਗੂਆਂ ਵੱਲੋਂ ਦਲਿਤ ਵਰਗ ਦੇ ਹਿੱਤਾਂ ਦੀ ਪੈਰਵਾਈ ਦੀ ਸ਼ਾਇਦ ਹੀ ਕੋਈ ਉਤਸ਼ਾਹੀ ਉਦਾਹਰਣ ਮਿਲਦੀ ਹੋਵੇ। ਆਜ਼ਾਦੀ ਤੋਂ ਬਾਅਦ ਭਾਵੇਂ ਅਕਾਲੀ ਆਗੂਆਂ ਨੇ ਕਾਂਗਰਸ ਪਾਰਟੀ ਦੀਆਂ ਦਲਿਤ ਵਰਗ ਨੂੰ ਰਿਜ਼ਰਵੇਸ਼ਨ ਦੇਣ ਵਰਗੀਆਂ ਨੀਤੀਆਂ ਦਾ ਖੁੱਲ੍ਹਮ ਖੁੱਲ੍ਹਾ ਵਿਰੋਧ ਤਾਂ ਨਹੀਂ ਕੀਤਾ, ਪਰ ਸਿੱਖ ਸਮਾਜ ਅੰਦਰਲੀਆਂ ਅਖੌਤੀ ਉੱਚ ਜਾਤਾਂ ਦੀਆਂ ਇਸ ਮਸਲੇ ਬਾਰੇ ਹਕੀਕੀ ਭਾਵਨਾਵਾਂ ਕਦੇ ਵੀ ਗੁੱਝੀਆਂ ਨਹੀਂ ਰਹੀਆਂ। ਉਹਨਾਂ ਦੀ ਜਾਤ ਪਾਤੀ ਪੜਾਸ ਅਕਸਰ ਤਹਿਜ਼ੀਬ ਦੀਆਂ ਹੱਦਾਂ ਉਲੰਘਦੀ ਅਤੇ ਦਲਿਤ ਸੰਵੇਦਨਾ ਨੂੰ ਰਹਿ ਕੇ ਘਾਇਲ ਕਰਦੀ ਰਹੀ। ਇਸ ਨਾਲ ਦਲਿਤ ਵਰਗ ਡਰ ਅਤੇ ਅਸੁਰੱਖਿਆ ਦੀ ਭਾਵਨਾ ਚੋਂ ਕਾਂਗਰਸ ਪਾਰਟੀ ਦੀ ਹੋਰ ਵੱਧ ਓਟ ਕਬੂਲ ਕਰਨ ਵੱਲ ਧੱਕਿਆ ਜਾਂਦਾ ਰਿਹਾ। 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਅਕਾਲੀ ਦਲ ਨੂੰ ਰਾਜਸੀ ਸੱਤਾ ਵੱਲ ਵਧਦਿਆਂ ਦੇਖ ਕੇ ਪੰਜਾਬ ਦਾ ਦਲਿਤ ਵਰਗ ਖਾਸ ਕਰਕੇ ਇਸ ਅੰਦਰਲੇ ਗੈਰ ਸਿੱਖ ਹਿੱਸੇ ਆਪਣੇ ਆਪ ਨੂੰ ਖਤਰੇ ਮੂੰਹ ਆਇਆ ਮਹਿਸੂਸ ਕਰਨ ਲੱਗੇ। ਇਸੇ ਦੌਰਾਨ ਆਰਥਿਕ ਤੌਰ ਤੇ ਵੱਧ ਮਾਲਾਮਾਲ ਅਤੇ ਰਾਜਸੀ ਤੌਰ ਤੇ ਵੱਧ ਬਲਸ਼ਾਲੀ ਹੋਏ ਧਨਾੜ ਕਿਸਾਨ ਵਰਗ ਅੰਦਰ ਜਾਤ ਹੰਕਾਰ ਦਾ ਪਾਰਾ ਹੋਰ ਉਤਾਂਹ ਨੂੰ ਚੜ੍ਹ ਤੁਰਿਆ ਅਤੇ ਹਰੇ ਇਨਕਲਾਬ ਦੇ ਆਰੰਭਕ ਵਰ੍ਹਿਆਂ ਦੌਰਾਨ ਪਿੰਡਾਂ ਅੰਦਰ ਜੱਟਾਂ ਦੁਆਰਾ ਦਲਿਤਾਂ ਦੀ ਨਾਕਾਬੰਦੀ ਦੀਆਂ ਘਟਨਾਵਾਂ ਆਮ ਹੋ ਗਈਆਂ। ਇਸ ਤਰ੍ਹਾਂ ਪੰਜਾਬ ਦੇ ਪੇਂਡੂ ਖੇਤਰ ਅੰਦਰ ਜਾਤ ਪਾਤੀ ਲੀਹਾਂ ਉੱਤੇ ਰਾਜਸੀ ਪਾਲਾਬੰਦੀ ਦਾ ਰੁਝਾਨ ਹੋਰ ਬਲ ਫੜ ਗਿਆ, ਜੋ ਅਕਾਲੀ ਦਲ ਲਈ ਬੇਹੱਦ ਘਾਟੇ ਵਾਲੀ ਅਤੇ ਕਾਂਗਰਸ ਪਾਰਟੀ ਲਈ ਵੱਡੇ ਰਾਜਸੀ ਫਾਇਦੇ ਵਾਲੀ ਗੱਲ ਸੀ। ਸੋ ਪੰਜਾਬ ਅੰਦਰ ਰਾਜਸੀ ਸੱਤਾ ਉੱਤੇ ਕਾਬਜ ਹੋਣ ਲਈ ਆਪਣੇ ਸਮਾਜੀ ਆਧਾਰ ਨੂੰ ਵਧੇਰੇ ਮੋਕਲਾ ਬਣਾਉਣ ਅਤੇ ਆਪਣੀ ਰਾਜਸੀ ਹਮਾਇਤ ਦੇ ਘੇਰੇ ਨੂੰ ਹੋਰ ਵੱਧ ਵਰਗਾਂ ਤੱਕ ਫੈਲਾਉਣਾ ਅਕਾਲੀ ਦਲ ਦੀ ਤੁਰਤ ਪੈਰੀ ਰਾਜਸੀ ਲੋੜ ਸੀ। ਇਸ ਦੇ ਵਾਸਤੇ ਸੁਚੇਤ ਪੱਧਰ ਤੇ ਸੁਘੜ ਰਣਨੀਤੀ ਘੜਨ ਅਤੇ ਫਿਰ ਉਸ ਦੀ ਦ੍ਰਿੜਤਾ ਨਾਲ ਪਾਲਣਾ ਤੇ ਪੈਰਵਾਈ ਕਰਨ ਦਾ ਕਾਰਜ ਅਕਾਲੀ ਲੀਡਰਸ਼ਿਪ ਦਾ ਸਭ ਤੋਂ ਅਹਿਮ ਤੇ ਫੌਰੀ ਸਰੋਕਾਰ ਬਣਨਾ ਚਾਹੀਦਾ ਸੀ। ਸੁਚੇਤ ਪੱਧਰ ਤੇ ਰਣਨੀਤੀ ਘੜਨ ਦਾ ਮਤਲਬ ਸੀ ਕਿ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਨੂੰ ਮੱਦੇ-ਨਜ਼ਰ ਰੱਖਦਿਆਂ ਹੋਇਆਂ ਅਕਾਲੀ ਦਲ ਦੇ ਦੂਰ ਰਸ ਮਨੋਰਥਾਂ ਤੇ ਫੌਰੀ ਕਾਰਜਾਂ ਵਿਚਕਾਰ ਫਬਵਾਂ ਤਾਲਮੇਲ ਬਿਠਾਇਆ ਜਾਂਦਾ ਅਤੇ ਸਿਧਾਂਤਾਂ ਉੱਤੇ ਅਡਿੱਗ ਰਹਿੰਦਿਆਂ ਹੋਇਆਂ ਰਾਜਸੀ ਦਾ ਪੇਚਾਂ ਦੇ ਮਾਮਲੇ ਵਿੱਚ ਲੋੜੀਂਦੀ ਲਚਕ ਲਿਆ ਕੇ
ਰਾਜਨੀਤਿਕ ਪੈਂਤੜੇਬਾਜ਼ੀ ਦਾ ਆਦਰਸ਼ਕ ਮਾਡਲ ਮੁਹੱਈਆ ਕੀਤਾ ਜਾਂਦਾ। ਅਜਿਹਾ ਕਰਨ ਲਈ ਕੁੱਲ ਤੋਂ ਪਹਿਲਾਂ ਲੋੜ ਅਤੇ ਸ਼ਰਤ ਇਹ ਸੀ ਕਿ ਸਿੱਖ ਰਾਜਨੀਤੀ ਨੂੰ ਦਰਪੇਸ਼ ਇਸ ਗੰਭੀਰ ਚੁਣੌਤੀ ਨੂੰ ਚੇਤੰਨ ਪੱਧਰ ਤੇ ਕਬੂਲ ਕੀਤਾ ਜਾਂਦਾ ਅਤੇ ਪੈਦਾ ਹੋਈਆਂ ਨਵੀਆਂ ਹਾਲਤਾਂ ਤੇ ਸਮੱਸਿਆਵਾਂ ਦੇ ਸਨਮੁਖ ਅਕਾਲੀ ਰਾਜਨੀਤੀ ਦੀ ਦਰੁਸਤ ਮਾਰਗ ਦਿਸ਼ਾ ਤੈਅ ਕਰਨ ਲਈ ਬੌਧਿਕ ਪੱਧਰ ਤੇ ਗਹਿਰ ਗੰਭੀਰ ਉਪਰਾਲੇ ਕੀਤੇ ਜਾਂਦੇ। ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।